ਸਾਂਝ ਵਿਚਾਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਵੀਕੇ ਗੁਰਮੁੱਤਾ ਜੀ ਆਇਆਂ ਆਖਦਾ। ਮੇਰੇ ਨਾਲ ਲਾਈਨ ਤੇ ਮੌਜੂਦ ਨੇ ਨਵਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਬਰਮੋਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਜਿਵੇਂ ਕਿ ਅਸੀਂ ਹਰ ਵਾਰ ਕਿਸੇ ਖਾਸ ਵਿਸ਼ੇ ਤੇ ਵਿਚਾਰ ਚਰਚਾ ਕਰਦੇ ਹਾਂ ਅਤੇ ਮਹੱਤਵਪੂਰਨ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਨਵਜੀਤ, ਸਭ ਤੋਂ ਪਹਿਲਾਂ ਦੱਸੋ ਮੌਜੂਦਾ ਸਮੇਂ ਕਰੋਨਾ ਦੇ ਤਾਜ਼ਾ ਅਪਡੇਟ ਕੀ ਨੇ? ਜੀ ਬਰਮੋਤਾ ਜੀ, ਕਰੋਨਾ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਸ ਵੇਲੇ ਇੱਕ ਵਾਰ ਫਿਰ ਤੋਂ ਬਦਲਦੇ ਜਾ ਰਹੇ ਨੇ। ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰੋਨਾ ਦੀ ਦਵਾਈ ਮਿਲ ਗਈ ਆ, ਜਿਹਦੇ ਕਰਕੇ ਬਹੁਤ ਸਾਰੇ ਦੇਸ਼ਾਂ ਵਿੱਚ ਖੁਸ਼ੀ ਮਨਾਈ ਜਾ ਰਹੀ ਸੀ। ਕਈ ਦੇਸ਼ਾਂ ਨੇ ਇਸ ਨੂੰ ਲਿਆ ਸੀ ਗੰਭੀਰਤਾ ਨਾਲ ਤੇ ਲੋਕਡਾਊਨ ਲਗਾਇਆ ਸੀ, ਫਿਰ ਤਾਲਾਬੰਦੀ ਅੱਗੇ ਵਧਾ ਦਿੱਤੀ। ਹੁਣ ਇੱਕ ਵਾਰ ਫਿਰ ਬਰਮੋਤਾ ਜੀ ਹਾਲਾਤ ਬਦਲਦੇ ਦਿਖਾਈ ਦੇ ਰਹੇ ਨੇ। ਅਮਰੀਕਾ ਵਿੱਚ ਤਾਂ ਹਾਲਾਤ ਪਹਿਲਾਂ ਵਰਗੇ ਹੋ ਗਏ ਨੇ। 1.5 ਲੱਖ ਤੋਂ ਵੱਧ ਕੇਸ ਇੱਕ ਦਿਨ ਵਿੱਚ ਆਉਣਾ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਹੈ। ਇੰਗਲੈਂਡ ਵਿੱਚ ਵੀ ਕੇਸ ਵੱਧਦੇ ਜਾ ਰਹੇ ਨੇ। ਇੰਗਲੈਂਡ ਵਿੱਚ ਹਾਲਾਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੁਝ ਇਲਾਕਿਆਂ ਵਿੱਚ ਤਾਲਾਬੰਦੀ ਮੁੜ ਤੋਂ ਲਗਾ ਦਿੱਤੀ ਗਈ ਹੈ ਤੇ ਦੂਜੇ ਪਾਸੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ 2 ਤੋਂ 3 ਮਹੀਨੇ ਤੱਕ ਜੇਕਰ ਵੈਕਸੀਨ ਤਿਆਰ ਹੁੰਦੀ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਟੀਕੇ ਲਗਾਏ ਜਾਣਗੇ। ਅਸੀਂ ਪਹਿਲਾਂ ਉਹੀ ਗੱਲ ਤੇ ਆਉਂਦੇ ਹਾਂ ਕਿ ਕਰੋਨਾ ਦਾ ਅੰਕੜਾ ਜਿਹੜਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਹੁਣ ਸਾਡੇ ਪ੍ਰੋਗਰਾਮ ਕਰਦੇ ਤੱਕ ਹੀ 5 ਕਰੋੜ ਤੋਂ ਵੱਧ ਕੇਸ ਜਿਹੜੇ ਸਾਹਮਣੇ ਆ ਚੁੱਕੇ ਨੇ। 12,93,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 1.5 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਨੇ। ਜੇਕਰ ਇੱਕ ਹਫ਼ਤੇ ਦੀ ਗੱਲ ਕਰੀਏ ਤਾਂ ਲਗਾਤਾਰ 1 ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਨੇ। ਭਾਰਤ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਨੇ। ਹੁਣ ਤੱਕ 1,28,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 8,69,000 ਤੋਂ ਵੱਧ ਕੇਸ ਜਿਹੜੇ ਆ ਸਾਹਮਣੇ ਆ ਚੁੱਕੇ ਨੇ। ਬ੍ਰਾਜ਼ੀਲ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਨੇ। ਫਰਾਂਸ ਵਿੱਚ ਵੀ ਫਿਰ ਦੁਬਾਰਾ ਤੋਂ ਕਰੋਨਾ ਜਿਹੜਾ ਵੱਧਦਾ ਜਾ ਰਿਹਾ ਹੈ। ਇਟਲੀ ਵਿੱਚ ਵੀ ਮੁੜ ਤਾਲਾਬੰਦੀ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਵੀ ਕਹਿ ਰਹੀਆਂ ਨੇ ਕਿ ਤਾਲਾਬੰਦੀ ਲਗਾਈ ਜਾਵੇ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਜਰਮਨ ਵਿੱਚ ਵੀ ਕਰੋਨਾ ਵਾਇਰਸ ਦੇ ਹਾਲਾਤ ਜਿਹੜੇ ਨੇ ਬਦਲਦੇ ਜਾ ਰਹੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਬਰਮੋਤਾ ਜੀ, ਪੰਜਾਬ ਵਿੱਚ ਕਰੋਨਾ ਵਾਇਰਸ ਦੇ ਹਾਲਾਤ ਜਿਹੜੇ ਆ ਬਹੁਤ ਖਰਾਬ ਹੁੰਦੇ ਨਜ਼ਰ ਆ ਰਹੇ ਨੇ। ਜੇਕਰ ਇਹ ਗੱਲ ਕੀਤੀ ਜਾਵੇ ਕਿ ਕੇਸ ਖਤਮ ਹੋ ਗਏ ਜਿੱਦਾਂ ਪਹਿਲਾਂ ਰੌਲਾ ਪਿਆ ਸੀਗਾ, ਇੱਦਾਂ ਬਿਲਕੁਲ ਵੀ ਨਹੀਂਗਾ। ਕੱਲੇ ਅੱਜ ਹੀ ਪੰਜਾਬ ਵਿੱਚ ਦੱਸਿਆ ਜਾ ਰਿਹਾ ਕਿ 23 ਮੌਤਾਂ ਹੋਈਆਂ ਕਰੋਨਾ ਵਾਇਰਸ ਦੇ ਕਰਕੇ ਤੇ 800 ਤੋਂ ਵੱਧ ਕੇਸ ਸਾਹਮਣੇ ਆਏ ਨੇ। ਮਾਫ ਕਰਨਾ, 692 ਕੇਸ ਸਾਹਮਣੇ ਆਏ ਨੇ। ਹੁਣ ਇਹ ਤਾਂ ਹੈਗੇ ਆ ਸੂਬੇ ਦੇ ਅੱਜ ਦੇ ਹਾਲਾਤ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹਿਲਾਂ ਦੱਸਿਆ ਜਾਂਦਾ ਸੀ ਕਿ ਰਾਹਤ ਮਿਲੀ ਹੈ, ਪਰ ਮੌਤਾਂ ਦੀ ਗਿਣਤੀ ਜਿਹੜੀ ਹੈ ਇੰਨੀ ਜ਼ਿਆਦਾ ਹੁੰਦੀ ਪਈ ਹੈ, ਜਿਹਦੇ ਕਰਕੇ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਸਥਿਤੀਆਂ ਬਦਲ ਸਕਦੀਆਂ ਨੇ। ਜੇਕਰ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਲੁਧਿਆਣੇ ਵਿੱਚ ਅੱਜ 88, ਜਲੰਧਰ ਵਿੱਚ 74, ਪਟਿਆਲਾ ਵਿੱਚ 84, SAS ਨਗਰ ਵਿੱਚ 132, ਅੰਮ੍ਰਿਤਸਰ ਵਿੱਚ 45, ਗੁਰਦਾਸਪੁਰ ਵਿੱਚ 25, ਬਠਿੰਡਾ ਵਿੱਚ 53, ਹੁਸ਼ਿਆਰਪੁਰ ਵਿੱਚ 27, ਫਿਰੋਜ਼ਪੁਰ ਵਿੱਚ 9 ਤੇ ਪਠਾਨਕੋਟ ਵਿੱਚ 17 ਨਵੇਂ ਕੇਸਾਂ ਦੀ ਜਿਹੜੀ ਆ ਪੁਸ਼ਟੀ ਹੋਈ ਹੈ। ਮੈਨੂੰ ਲੱਗਦਾ ਕਿ ਮੈਂ ਅੰਕੜੇ ਬੇਤਲਾ ਮੌਤਾਂ ਦੀ ਗਿਣਤੀ ਸ਼ਾਇਦ 28 ਦੱਸ ਗਿਆ, ਉਹਨੂੰ ਕਰੈਕਟ ਕਰਦਾ। ਮੌਤਾਂ ਦੀ ਗਿਣਤੀ ਜਿਹੜੀ ਅੱਜ ਦੀ ਆ 23 ਆ ਬਰਮੋਤਾ ਜੀ। ਇਹ ਸਾਰੇ ਅੰਕੜੇ ਨਵਜੀਤ ਜੀ ਬਿਲਕੁਲ ਡਰਾਉਣ ਵਾਲੇ ਨੇ ਪੰਜਾਬ ਦੇ ਵਾਸਤੇ। ਜੀ ਬਿਲਕੁਲ ਡਰਾਉਣ ਵਾਲੇ ਨੇ, ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਹਾਲਾਤ ਸੁਧਰਦੇ ਪਏ ਨੇ, ਪਰ ਇੱਕਦਮ ਫਿਰ ਦੁਬਾਰਾ ਤੋਂ ਇਸੇ ਤਰ੍ਹਾਂ ਵਾਇਰਸ ਦਾ ਫੈਲਣਾ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਅਸੀਂ ਕੁਝ ਦਿਨ ਪਹਿਲਾਂ ਇਹ ਦੇਖਿਆ ਸੀ, ਜਾਂ ਫਿਰ ਕਹਿ ਲਓ ਕਿ ਖਬਰਾਂ ਨਹੀਂ ਆਈਆਂ ਕਿਸਾਨੀ ਧਰਨਿਆਂ ਦੇ ਵਿੱਚ, ਇਹ ਖਬਰਾਂ ਗਵਾਚ ਕੇ ਰਹਿ ਗਈਆਂ, ਜਾਂ ਫਿਰ ਇਹਨਾਂ ਖਬਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਜਾਂ ਫਿਰ ਇਹ ਖਬਰਾਂ ਸਾਡੇ ਤੱਕ ਲੇਟ ਪਹੁੰਚੀਆਂ। ਇਹ ਆਪਣੇ ਆਪ ਵਿੱਚ ਸਵਾਲ ਹੈ, ਪਰ ਇੱਕ ਵਾਰ ਫਿਰ ਤੋਂ ਸਥਿਤੀਆਂ ਬਦਲ ਰਹੀਆਂ ਨੇ, ਹਾਲਾਤ ਬਦਲ ਰਹੇ ਨੇ। ਕਰੋਨਾ ਦੇ ਕੇਸ ਜਿਹੜੇ ਆ ਲਗਾਤਾਰ ਵੱਧਦੇ ਨੇ। ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਹੈ। ਬਿਲਕੁਲ। ਤਿਉਹਾਰ ਦੇ ਦਿਨਾਂ ਵਿੱਚ ਕਰੋਨਾ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ ਆਉਣ ਵਾਲੇ 1-2 ਦਿਨਾਂ 'ਚ? ਬਰਮੋਤਾ ਜੀ ਦੇਖੋ, ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਹੈ, 1-2 ਦਿਨ ਤੱਕ ਦੀਵਾਲੀ ਹੈ। ਅੱਜ ਵੀ ਚਹਿਲ ਪਹਿਲ ਵੀ ਜ਼ਿਆਦਾ ਹੁੰਦੀ ਹੈ ਬਾਜ਼ਾਰਾਂ ਵਿੱਚ। ਜੀ ਬਿਲਕੁਲ ਚਹਿਲ ਪਹਿਲ ਹੋ ਰਹੀ ਹੈ। ਪਹਿਲਾਂ ਵਰਤ ਲੰਘਿਆ, ਉਦੋਂ ਵੀ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ। ਹੁਣ ਵੀ
ਅੱਜ ਵੀ ਇੱਕ ਤਿਉਹਾਰ ਸੀਗਾ ਧਨਤੇਰਸ ਦਾ, ਜਿਹੜਾ ਉਹਦੇ ਕਰਕੇ ਵੀ ਅੱਜ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਇਕੱਠੇ ਦਿਖਾਈ ਦਿੱਤੇ। ਇਸੇ ਤਰ੍ਹਾਂ ਹੁਣ ਦੀਵਾਲੀ ਹੈ, ਦੀਵਾਲੀ ਤੇ ਵੀ ਲੋਕਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ। ਇੰਗਲੈਂਡ ਵਰਗੇ, ਯੂਕੇ ਵਰਗੇ ਸ਼ਹਿਰਾਂ ਵਿੱਚ ਹੁਣ ਵੀ ਤਾਲਾਬੰਦੀ ਉੱਥੋਂ ਦੀਆਂ ਸਰਕਾਰਾਂ ਵੱਲੋਂ ਲਗਾ ਦਿੱਤੀ ਗਈ ਹੈ ਤੇ ਭਾਰਤ ਦੀ ਮੌਜੂਦਾ ਸਰਕਾਰ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀ। ਕੀ ਇਸ ਦੇ ਕੁਝ ਭਿਆਨਕ ਸਿੱਟੇ ਸਾਨੂੰ ਦਿਖਣ ਨੂੰ ਮਿਲ ਸਕਦੇ ਨੇ? ਬਰਬੋਤਾ ਜੀ, ਅਸੀਂ ਇਹ ਤਾਂ ਬਿਲਕੁਲ ਨਹੀਂ ਕਹਿ ਸਕਦੇ ਕਿ ਭਾਰਤ ਸਰਕਾਰ ਧਿਆਨ ਨਹੀਂ ਦੇ ਰਹੀ। ਭਾਰਤ ਸਰਕਾਰ ਧਿਆਨ ਦੇ ਰਹੀ ਹੈ, ਪਰ ਕਿਤੇ ਨਾ ਕਿਤੇ ਸਾਡੇ ਕੋਲੋਂ ਜਿਹੜੇ ਇਹ ਮਾਮਲੇ ਆ ਅੱਖੋਂ ਪਰੋਖੇ ਹੋ ਰਹੇ ਆ। ਸਰਕਾਰਾਂ ਆਪਣਾ ਕੰਮ ਕਰ ਰਹੀਆਂ ਨੇ ਇੱਕ ਪਾਸੇ, ਪਰ ਦੂਜੇ ਪਾਸੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ। ਲੋਕਾਂ ਤੱਕ ਸਹੀ ਅੰਕੜੇ ਹੋ ਸਕਦਾ ਨਾ ਪਹੁੰਚਦੇ ਹੋਣ ਜਾਂ ਲੋਕਾਂ ਤੱਕ ਪੂਰੀ ਜਾਣਕਾਰੀ ਨਾ ਪਹੁੰਚਦੀ ਹੋਵੇ। ਅਸੀਂ ਦੇਖਿਆ ਕਿ ਬਾਜ਼ਾਰਾਂ ਵਿੱਚ ਹੁਣ ਪਹਿਲਾਂ ਵਾਂਗੂ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਜਦੋਂ ਮਾਰਚ ਮਹੀਨੇ ਵਿੱਚ ਕਰੋਨਾ ਦੀ ਸ਼ੁਰੂਆਤ ਹੁੰਦੀ ਹੈ, ਉਦੋਂ ਲੋਕਾਂ ਵਿੱਚ ਡਰ ਬੈਠਦਾ ਹੈ। ਅਚਾਨਕ ਤਾਲਾਬੰਦੀ ਲਗਾਈ ਜਾਂਦੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਫੈਸਲੇ ਜਦੋਂ ਲੈਂਦੇ ਨੇ ਅਚਾਨਕ ਲੈਂਦੇ ਨੇ। ਜਦੋਂ ਨੋਟਬੰਦੀ ਹੋਈ ਸੀ ਤੇ 1 ਘੰਟਾ ਪਹਿਲਾਂ ਉਹਨਾਂ ਨੇ ਅਜੇ ਲੈਕਚਰ ਦਿੱਤਾ ਸੀ, ਅਗਲੇ ਹੀ 10 ਮਿੰਟ ਬਾਅਦ ਲੈਕਚਰ ਦੇ ਖਤਮ ਹੋਣ ਤੋਂ ਬਾਅਦ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕਰ ਦਿੱਤਾ ਗਿਆ। ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਸੀ ਕਰੀਏ ਕੀ, ਕਿਉਂਕਿ ਅਗਲੇ ਦਿਨ ਤੱਕ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਇਸੇ ਤਰ੍ਹਾਂ ਜਦੋਂ ਲੋਕਡਾਊਨ ਲੱਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਨ ਪਹਿਲਾਂ ਮਨ ਕੀ ਬਾਤ ਕੀਤਾ ਹੈ। ਮਨ ਕੀ ਬਾਤ ਵਿੱਚ ਵੀ ਕਿਤੇ ਨਹੀਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਤਾਲਾਬੰਦੀ ਲਗਾਈ ਜਾ ਸਕਦੀ ਹੈ, ਕੋਈ ਸੰਕੇਤ ਨਹੀਂ ਦਿੱਤਾ। ਸਿੱਧਾ ਹੀ ਠਾਹ ਕਰਕੇ ਸਾਰਿਆਂ ਨੂੰ ਕਹਿ ਦਿੱਤਾ ਕਿ ਦੇਸ਼ ਵਿੱਚ ਲੋਕਡਾਊਨ ਲਗਾਇਆ ਜਾਊਗਾ। ਤੁਸੀਂ ਦੇਖਿਆ ਮਜ਼ਦੂਰਾਂ ਦੇ ਕੀ ਹਾਲਾਤ ਹੋਏ ਸੀ, ਤੁਸੀਂ ਦੇਖਿਆ ਕਿ ਉਡਾਨਾਂ ਕਿਵੇਂ ਰੁਕੀਆਂ ਸੀ, ਤੁਸੀਂ ਦੇਖਿਆ ਕਿ ਵਿਦਿਆਰਥੀ ਕਿਵੇਂ ਰੁਕੇ ਸੀਗੇ। ਸਾਰਾ ਕੁਝ ਜ਼ਿੰਦਗੀ ਠੱਪ ਹੋ ਕੇ ਰਹਿ ਗਈ ਸੀ। ਪਰ ਹਾਂ, ਉਸ ਸਮੇਂ ਲੋੜ ਵੀ ਸੀ, ਫੈਸਲਾ ਲਿਆ ਗਿਆ ਸਹੀ ਸੀ, ਪਰ ਉਸ ਨੂੰ ਤਰੀਕੇ ਨਾਲ ਨਹੀਂ ਕੀਤਾ ਗਿਆ। ਜੇਕਰ ਹੁਣ ਅੰਕੜਿਆਂ ਦੀ ਗੱਲ ਕਰੀ ਤਾਂ ਭਾਰਤ ਦੇ ਅੰਕੜੇ ਡਰਾਉਣ ਵਾਲੇ ਨੇ। ਦਿੱਲੀ ਵਿੱਚ ਅੱਜ ਹੀ 8000 ਤੋਂ ਵੱਧ ਕੇਸ ਜਿਹੜੇ ਆ ਉਹ ਸਾਹਮਣੇ ਆਏ ਨੇ। ਹੁਣ ਤੱਕ ਰਿਕਾਰਡ ਪੱਧਰ ਤੇ ਅੱਜ ਕੇਸ ਸਾਹਮਣੇ ਆਏ ਆ। ਆਪਣੇ ਆਪ ਵਿੱਚ ਹੀ ਚਿੰਤਾ ਦੀ ਗੱਲ ਹੈ, ਕਿਉਂਕਿ ਪਹਿਲਾਂ ਚੰਗਾ ਭਲਾ ਹੀ ਇਹਦੇ ਉੱਪਰ ਕੰਟਰੋਲ ਕਰ ਲਿਆ ਗਿਆ ਸੀ, ਪਰ ਹੁਣ ਕਰੋਨਾ ਵਾਇਰਸ ਫਿਰ ਦੁਬਾਰਾ ਤੋਂ ਰਫ਼ਤਾਰ ਫੜ ਰਿਹਾ। ਬਿਲਕੁਲ, ਅਸੀਂ ਇਹੀ ਆਸ ਕਰਾਂਗੇ ਕਿ ਲੋਕ ਆਪਣੀ ਇਹਤਿਆਤ ਵਰਤਣ ਤੇ ਔਰ ਕਰੋਨਾ ਤੋਂ ਬਚਣ ਲਈ ਜੋ ਵੀ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਤੇ ਆਪਣੇ ਤੌਰ ਤੇ ਜ਼ਰੂਰ ਉਹਨਾਂ ਨੂੰ ਆਪਣੇ ਆਪ ਤੇ ਲਾਗੂ ਕਰਨ। ਕਿਉਂ ਨਵਜੀਤ ਜੀ? ਜੀ ਬਿਲਕੁਲ ਜੀ, ਬਿਲਕੁਲ ਨਵਜੀਤ ਜੀ, ਹੁਣ ਅਸੀਂ ਆਉਂਦੇ ਹਾਂ ਪੰਜਾਬ 'ਚ ਕਿਸਾਨੀ ਅੰਦੋਲਨ ਕਿੱਧਰ ਨੂੰ ਜਾ ਰਿਹਾ ਹੈ? ਕੀ ਲੱਗਦਾ ਹੈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੂ? ਦੇਖੋ, ਆਪਣੇ ਵਿਚਾਰ ਜ਼ਰੂਰ ਦਰਸ਼ਕਾਂ ਨਾਲ ਸਾਂਝੇ ਕਰੋ। ਜੀ ਬਰਮੋਤਾ ਜੀ, ਦੇਖੋ ਕਿਸਾਨੀ ਅੰਦੋਲਨ ਪਿਛਲੇ ਕਈ ਹਫ਼ਤਿਆਂ ਤੋਂ ਚੱਲਦਾ ਆ ਰਿਹਾ। ਕੇਂਦਰ ਸਰਕਾਰ ਇਸ ਵੱਲ ਹੁਣ ਧਿਆਨ ਦਿੰਦੀ ਦਿਖਾਈ ਦੇ ਰਹੀ ਹੈ। ਕੇਂਦਰੀ ਮੰਤਰੀ, ਖਬਰਾਂ ਨੇ ਕਿ ਕੇਂਦਰੀ ਮੰਤਰੀ ਨੇ ਸੱਦਾ ਭੇਜਿਆ ਕਿਸਾਨਾਂ ਨੂੰ। ਪਰ ਤੁਸੀਂ ਦੇਖੋ, ਕਮਾਲ ਦੀ ਗੱਲ ਹੈ, ਇੱਥੇ ਕਈ ਦਿਨਾਂ ਤੋਂ ਕਿਸਾਨ ਜਿਹੜੇ ਧਰਨੇ ਤੇ ਬੈਠੇ ਹੋਏ ਨੇ। ਪਹਿਲਾਂ ਰੇਲਵੇ ਰੋਕੀ ਸੀਗੀ, ਟਰੈਕ ਪਟੜੀਆਂ ਤੇ ਬੈਠੇ ਹੋਏ ਸੀਗੇ, ਫਿਰ ਉੱਠ ਗਏ, ਕਿਉਂਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਕਿ ਬਿਜਲੀ ਦੀ ਸਮੱਸਿਆ ਆ ਜਾਣੀ ਆ, ਢੋਆ ਢੁਆਈ ਦੀ ਸਮੱਸਿਆ ਆਉਂਦੀ ਆ। ਇਸ ਕਰਕੇ ਕਿਸਾਨਾਂ ਨੇ ਸਾਥ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਵੀ ਜਿਹੜੇ ਰੇਲਵੇ ਵਾਲੇ ਸਾਡੇ ਬੰਦੇ ਆ, ਸਾਡੇ ਲਈ ਕੰਮ ਕਰਦੇ ਆ, ਅਸੀਂ ਵੀ ਉਹਨਾਂ ਦੇ ਨਾਲ ਸਾਥ ਮੋਢੇ ਨਾਲ ਮੋਢਾ ਦੇ ਕੇ ਖੜਾ ਹੋਵਾਂਗੇ। ਪਰ ਅਚਾਨਕ ਹਾਲਾਤ ਬਦਲ ਗਏ। ਹੁਣ ਕਿਸਾਨ ਜਥੇਬੰਦੀਆਂ, ਭਾਰਤ ਦੀਆਂ 348 ਕਿਸਾਨ ਜਥੇਬੰਦੀਆਂ ਬੀਤੇ 5 ਨਵੰਬਰ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਦੀਆਂ। ਉਹਦਾ ਵੀ ਅਸਰ ਪਿਆ। ਉਸ ਤੋਂ ਬਾਅਦ ਪੰਜਾਬ ਦੀਆਂ 70 ਤੋਂ ਵੱਧ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਧਰਨੇ ਪ੍ਰਦਰਸ਼ਨ ਕਰਦੀਆਂ, ਉਹਦਾ ਵੀ ਅਸਰ ਪਿਆ। ਟੋਲ ਪਲਾਜ਼ੇ ਰੋਕ ਦਿੱਤੇ ਸੀ, ਉਹਦਾ ਵੀ ਅਸਰ ਪਿਆ। ਪਰ ਇੱਕ ਪੰਜਾਬ ਦੀ ਜਥੇਬੰਦੀ ਜਿਹੜੀ ਹੈ ਨਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹ ਸਭ ਤੋਂ ਵੱਖਰੀ ਚੱਲੀ ਆ। ਇਹ ਉਹੀ ਜਥੇਬੰਦੀ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰੇਲਵੇ ਟਰੈਕ ਰੋਕੇ ਸੀ, ਰੇਲਵੇ ਗੱਡੀਆਂ ਰੋਕੀਆਂ ਸੀ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਠੁਕਰਾ ਦਿੱਤਾ। ਇਹ ਬੜੀ ਵੱਡੀ ਗੱਲ ਆ। ਇੱਕ ਪਾਸੇ ਕੇਂਦਰ ਸਰਕਾਰ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਸਮਝੌਤਾ ਕਰਨ ਲਈ ਉਹਨਾਂ ਦੀਆਂ ਮੰਗਾਂ ਸੁਣਨੇ ਨੂੰ ਤਿਆਰ ਆ, ਮੰਨਣ ਨੂੰ ਨਹੀਂ, ਸੁਣਨੇ ਨੂੰ ਤਿਆਰ ਆ। ਤੇ ਦੂਜੇ ਪਾਸੇ ਮੀਟਿੰਗਾਂ ਵੀ ਹੋਈਆਂ, ਚੰਡੀਗੜ੍ਹ ਵਿੱਚ ਕਈ ਮੀਟਿੰਗਾਂ ਹੋਈਆਂ, ਬੇਸਿੱਟਾ ਰਹੀਆਂ। ਦਿੱਲੀ ਵਿੱਚ ਕਿਸਾਨ ਗਏ, ਏਦਾਂ ਹੀ ਵਾਪਸ ਆ ਗਏ। ਇੱਕ ਬਰਮੋਤਾ ਜੀ, ਇੱਕ ਕਹਾਵਤ ਆ ਕਿ ਅੱਗ ਦਾ ਸੜਿਆ ਬੰਦਾ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ। ਤੇ
ਹੁਣ ਕਿਸਾਨਾਂ ਨੂੰ ਵੀ ਪਤਾ ਕਿ ਇਹਨਾਂ ਨਾਲ ਪਹਿਲਾਂ ਕੀ ਹੋਇਆ, ਮੀਟਿੰਗਾਂ ਤੋਂ ਬੇਸਿੱਟਾ ਹੋ ਕੇ ਵਾਪਸ ਆਏ ਨੇ। ਇਸ ਕਰਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਕਿਸਾਨਾਂ ਦੀ ਆ, ਉਹਨਾਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਠੁਕਰਾ ਦਿੱਤਾ। ਜਥੇਬੰਦੀ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਵਿੱਚ ਫੁੱਟ ਪਾ ਰਹੀ ਆ। ਜੇਕਰ ਸਰਕਾਰ ਸੱਚਮੁੱਚ ਗੰਭੀਰ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮੀਟਿੰਗ ਕਰਨ। ਹੁਣ ਕਿਸਾਨਾਂ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਆ ਕਿ ਜੀ ਉਹ ਹੁਣ ਇਹ ਵੀ ਗੱਲ ਕਹੀ ਹੈ ਕਿ 30 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੀਆਂ ਸੀ। ਕੇਂਦਰ ਨਾਲ ਮੀਟਿੰਗ ਕਰਨੀ ਹੈ ਕਿ ਨਹੀਂ, ਇਹਦੇ ਬਾਰੇ ਫੈਸਲਾ ਲੈਣਾ ਸੀ। ਹੁਣ ਉਹ ਮੀਟਿੰਗ ਦੇ ਕੀ ਸਿੱਟੇ ਨਿਕਲਣੇ ਨੇ, ਅਜੇ ਤੱਕ ਮੀਟਿੰਗ ਚੱਲ ਰਹੀ ਹੈ। ਸਾਡੇ ਪ੍ਰੋਗਰਾਮ ਚੱਲਦੇ ਦੌਰਾਨ ਮੀਟਿੰਗ ਜਿਹੜੀ ਹੈ ਅਜੇ ਤੱਕ ਚੱਲ ਰਹੀ ਹੈ। ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਨਰਿੰਦਰ ਤੋਮਰ ਵੱਲੋਂ 13 ਨਵੰਬਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਵਿਚਾਰ ਕਰਨਗੀਆਂ। ਪਰ ਦੂਜੇ ਪਾਸੇ ਕਿਸਾਨ ਸੰਘਰਸ਼ ਕਮੇਟੀ ਨੇ ਉਹਨੂੰ ਪਹਿਲਾਂ ਹੀ ਠੁਕਰਾ ਦਿੱਤਾ ਕਿ ਅਸੀਂ ਕੀ ਕਰਨਾ, ਕਿਉਂਕਿ ਸਾਡੀ ਗੱਲ ਸੁਣੀ ਨਹੀਂ ਜਾਂਦੀ। ਹੁਣ ਇਹ ਦੇਖਣ ਵਾਲਾ ਸਮਾਂ, ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੋਊਗੀ ਕਿ ਸੰਘਰਸ਼ ਕਿੱਧਰ ਨੂੰ ਜਾਂਦਾ, ਕਿਉਂਕਿ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ, ਇਹ ਜਾਇਜ਼ ਹੈ। ਤੇ ਦੂਜੇ ਪਾਸੇ ਕੇਂਦਰ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ। ਇਹ ਕਹਾਣੀ ਕਿੱਧਰ ਨੂੰ ਜਾਂਦੀ ਹੈ, ਆਉਣ ਵਾਲਾ ਸਮਾਂ ਹੀ ਦੱਸੂਗਾ, ਕਿਉਂਕਿ ਕਿਸਾਨ ਜਥੇਬੰਦੀਆਂ ਆਪਣੇ ਪੱਧਰ ਦੇ ਉੱਪਰ ਮੀਟਿੰਗਾਂ ਕਰ ਰਹੀਆਂ ਨੇ। ਉਹਨਾਂ ਨੂੰ ਜੋ ਸਹੀ ਲੱਗਾ ਉਹਨਾਂ ਨੇ ਉਹੀ ਫੈਸਲਾ ਲੈਣਾ, ਕਿਉਂਕਿ ਪਹਿਲਾਂ 2-3 ਵਾਰ ਮੁੱਦੇ ਮੂੰਹ ਕਿਸਾਨ ਜਿਹੜੇ ਵਾਪਸ ਭੇਜ ਦਿੱਤੇ ਗਏ ਨੇ। ਨਵਜੀਤ ਜੀ, ਸੁਣਨ 'ਚ ਇਹ ਵੀ ਆਇਆ ਕਿ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੇ ਵਿੱਚ ਜਲੰਧਰ ਦੇ ਵਿੱਚ ਵੀ ਕੋਈ ਵੱਡੀ ਮੀਟਿੰਗ ਹੋਈ ਹੈ, ਉਹਦੇ ਬਾਰੇ ਵੀ ਕੁਝ ਜਾਣਕਾਰੀ ਹੈ ਦਰਸ਼ਕਾਂ ਲਈ ਸਾਡੇ ਵਾਸਤੇ? ਬਰਮੋਤਾ ਜੀ, ਜਲੰਧਰ ਵਿੱਚ ਵੀ ਮੀਟਿੰਗ ਹੋਈ ਸੀਗੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਸੀਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆ, ਉਹਨਾਂ ਦੇ ਕੁਝ ਆਗੂ ਸੀਗੇ। ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਅਲੱਗ ਆ, ਇਹਨਾਂ ਦੇ ਆਗੂ ਉੱਥੇ ਪਹੁੰਚੇ ਸੀ ਪਰ ਮੀਟਿੰਗ ਵਿੱਚ ਨਹੀਂ ਸੀਗੇ। ਪਰ ਇੱਥੇ ਸਿਰਫ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾਲਿਆਂ ਦੀ ਮੀਟਿੰਗ ਹੋਈ ਸੀ। ਉਹ ਜਿਹੜੇ ਸੀਗੇ ਆਗੂ ਸੀਗੇ, ਉਹਨਾਂ ਦਾ ਵੀ ਇਹੀ ਕਹਿਣਾ ਕਿ ਕੇਂਦਰ ਸਰਕਾਰ ਨੇ ਹੁਣ ਜੋ ਬੁਲਾਇਆ ਹੈ ਉਹਦੇ ਬਾਰੇ ਅਸੀਂ ਵਿਚਾਰ ਕਰਾਂਗੇ, ਜਾਣਾ ਜਾਂ ਨਹੀਂ ਜਾਣਾ, ਕਿਉਂਕਿ ਬੱਸਾਂ ਭਰ ਕੇ ਪਹਿਲਾਂ ਵੀ ਗਈਆਂ ਸੀਗੀਆਂ, ਉਦੋਂ ਵੀ ਇੱਦਾਂ ਹੀ ਬੇਰੰਗ ਹੋ ਕੇ ਵਾਪਸ ਮੁੜੇ ਸੀਗੇ। ਇਸ ਕਰਕੇ ਹੁਣ ਸਾਰੀਆਂ ਮੀਟਿੰਗਾਂ 'ਚ ਇਹੀ ਫੈਸਲਾ ਲਿਆ ਜਾ ਰਿਹਾ ਹੈ ਕਿ ਜੇ ਜਾਣਾ ਆ ਤਾਂ ਕੇਂਦਰ ਸਰਕਾਰ ਨਾਲ ਪਹਿਲਾਂ ਪੱਕੇ ਤੌਰ ਤੇ ਕੀਤਾ ਜਾਵੇ ਕਿ ਮੀਟਿੰਗ ਸਾਡੀ ਕਿਹਨਾਂ ਹੋਣੀ, ਕਿਉਂਕਿ ਅੱਗੇ ਜਾ ਕੇ ਤਾਂ ਸਕੱਤਰਾਂ ਨੂੰ ਮਿਲਾ ਦਿੱਤਾ ਜਾਂਦਾ, ਅਫਸਰਾਂ ਨੂੰ ਮਿਲਾ ਦਿੱਤਾ ਜਾਂਦਾ, ਮੰਤਰੀ ਤਾਂ ਮਿਲਦੇ ਨਹੀਂ। ਇਸ ਕਰਕੇ ਕਿਸਾਨ ਇਸ ਵਾਰ ਪਹਿਲਾਂ ਹੀ ਇਹ ਸਾਫ਼ ਕਰਕੇ ਜਾਣਾ ਚਾਹੁੰਦੇ ਆ ਕਿ ਮੀਟਿੰਗ ਅਕਸਰ ਹੋਣੀ ਕਿਹਨਾਂ ਹੈ। ਠੀਕ ਹੈ ਜੀ, ਠੀਕ ਹੈ ਜੀ। ਹੁਣ ਅਸੀਂ ਚੱਲਦੇ ਇਸ ਬਾਰੇ ਵੀ ਸਾਨੂੰ ਤੁਸੀਂ ਜ਼ਰੂਰ ਦੱਸੋ। ਡੋਨਾਲਡ ਟਰੰਪ ਜੀ ਅਜੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ, ਇੱਦਾਂ ਕਿਉਂ? ਜਦਕਿ ਅੱਜ ਤੱਕ ਅਮਰੀਕਾ ਦੀ ਰਾਜਨੀਤਿਕ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਕੁਝ ਨਹੀਂ ਵਾਪਰਿਆ ਕਿਸੇ ਵੀ ਰਾਸ਼ਟਰਪਤੀ ਵੱਲੋਂ। ਪਰ ਡੋਨਾਲਡ ਟਰੰਪ ਜੀ ਅੱਜ ਵੀ ਹਾਰ ਮੰਨਣ ਨੂੰ ਤਿਆਰ ਨਹੀਂ, ਔਰ ਅੱਜ ਵੀ ਉਹ ਆਪਣਾ ਵਾਈਟ ਹਾਊਸ ਛੱਡਣ ਨੂੰ ਤਿਆਰ ਨਹੀਂ ਹਨ। ਇਸ ਬਾਰੇ ਤੁਸੀਂ ਕੀ ਸਾਂਝਾ ਕਰਨਾ ਚਾਹੋਗੇ ਦਰਸ਼ਕਾਂ ਨਾਲ? ਬਰਮੋਤਾ ਜੀ ਦੇਖੋ, ਇਹ ਬੜੇ ਹਾਸੋਹੀਣੀ ਗੱਲ ਹੈ ਕਿ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਨੂੰ ਸਵੀਕਾਰ ਨਹੀਂ ਕਰਦੇ ਪਏ, ਹਾਰ ਨੂੰ। ਸਹੀ ਹੈ, ਉਹ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਮੈਂ ਕਦੀ ਹਾਰ ਨਹੀਂ ਸਕਦਾ। ਅਮਰੀਕਾ ਦੇ ਜਿਹੜੇ ਇਸ ਵਾਰ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਏ ਨੇ, ਸਭ ਨੂੰ ਹੈਰਾਨ ਕਰਨ ਵਾਲੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਾਈਡਨ ਨੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਹਾਸਿਲ ਕੀਤੀਆਂ ਇਸ ਵਾਰ। ਤੇ ਦੂਜੀ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਇਲਾਕਿਆਂ ਵਿੱਚ ਡੋਨਾਲਡ ਟਰੰਪ ਦੀ ਜ਼ੋਰ ਅਜਮਾਇਸ਼ ਸੀ, ਉਸ ਇਲਾਕੇ ਵਿੱਚ ਜੋ ਬਾਈਡਨ, ਜਿਨ੍ਹਾਂ ਦਾ ਪੂਰਾ ਨਾਂ ਜੋਸਫ ਬਾਈਡਨ ਆ, ਉਹਨਾਂ ਨੇ ਜਿੱਤ ਦੇ ਪੂਰੇ ਝੰਡੇ ਗੱਡੇ ਆ। ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ, ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਡੋਨਾਲਡ ਟਰੰਪ ਜਿਹੜੇ ਸੀ ਜੋ ਬਾਈਡਨ ਨੂੰ ਕਿਸ ਤਰ੍ਹਾਂ ਨਾਮ ਲੈ ਕੇ ਪੁਕਾਰਦੇ ਹੁੰਦੇ ਸੀ। ਆਪਣੇ ਆਪ ਵਿੱਚ ਬੜੀ ਆਕੜ ਵੀ ਸੀ ਡੋਨਾਲਡ ਟਰੰਪ ਦੀ, ਪਰ ਉਸ ਆਕੜ ਨੂੰ ਕਿਹਾ ਜਾ ਰਿਹਾ ਹੈ ਜੋ ਬਾਈਡਨ ਵੱਲੋਂ ਕਿ ਮੈਂ ਭੰਨਿਆ। ਪਰ ਬਰਮੋਤਾ ਜੀ, ਅੱਜ ਸਥਿਤੀ ਥੋੜੀ ਬਦਲਦੀ ਨਜ਼ਰ ਆ ਰਹੀ ਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਨੇ, ਅਜੇ ਤੱਕ ਉਹੀ ਰਾਸ਼ਟਰਪਤੀ ਰਹਿਣਗੇ। ਉਹਨਾਂ ਨੇ ਅਲਾਸਕਾ ਵਿੱਚ ਸਖਤ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਲਈ ਆ। ਹੁਣ ਇਲੈਕਟੋਰਲ ਕਾਲਜ ਵੋਟ ਜਿਹੜੇ ਸੀ ਉਹਨਾਂ ਦੇ ਵੱਧ ਕੇ 217 ਹੋ ਗਏ, ਪਹਿਲਾਂ 214 ਸੀਗੇ। ਰਿਪਬਲਿਕਨ ਪਾਰਟੀ ਨੇ ਅਲਾਸਕਾ ਦੀ ਸੈਨੇਟ ਸੀਟ ਜਿਹੜੀ ਆ ਉਹ ਜਿੱਤ ਲਈ ਆ, ਉੱਤੇ ਆਪਣੀ ਪਕੜ ਮਜ਼ਬੂਤ ਕਰ ਲਈ ਆ। 100 ਮੈਂਬਰੀ ਅਮਰੀਕੀ ਸੈਨੇਟ ਵਿੱਚੋਂ 50 ਉਹਨਾਂ ਦੇ ਨਾਮ ਨੇ। ਹੁਣ ਟਰੰਪ ਨੂੰ ਉੱਥੇ ਵੋਟਾਂ ਮਿਲਦੀਆਂ ਪਈਆਂ ਨੇ 56% ਤੇ ਡੈਮੋਕ੍ਰੈਟਿਕ ਪਾਰਟੀ ਜਿਹੜੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਮ ਆ, ਉਹਨਾਂ ਨੂੰ ਵੋਟਾਂ ਮਿਲਦੀਆਂ 39%। ਇਹਦਾ ਮਤਲਬ ਟੱਕਰ
ਫਿਰ ਜਿਹੜੀ ਹੈ ਹੁੰਦੀ ਪਈ ਹੈ। ਹਾਲਾਂਕਿ ਡੋਨਲਡ ਟਰੰਪ ਨੇ ਇਹ ਵੀ ਦੋਸ਼ ਲਗਾਏ ਸੀ ਕਿ ਚੋਣਾਂ ਵਿੱਚ ਗੜਬੜੀ ਹੋਈ ਹੈ, ਧਾਂਦਲੀ ਹੋਈ ਹੈ, ਪਰ ਇਹਦੇ ਬਾਰੇ ਅਜੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਇਆ। ਜੇ ਧਾਂਦਲੀ ਹੋਈ ਹੁੰਦੀ ਤੇ ਹੁਣ ਤੱਕ ਮੀਡੀਆ ਨੇ ਰੌਲਾ ਪਾ ਦੇਣਾ ਸੀ। ਮੀਡੀਆ ਦੇ ਇੱਕ ਹਿੱਸੇ ਨੇ ਤਾਂ ਖੁਦ ਡੋਨਲਡ ਟਰੰਪ ਦੀ ਚੱਲਦੀ ਇੰਟਰਵਿਊ ਨੂੰ ਬੰਦ ਕਰ ਦਿੱਤਾ ਸੀ, ਇਹ ਝੂਠ ਬੋਲ ਰਹੇ ਆ। ਸੋ ਇੱਕ ਸਾਬਕਾ ਰਾਸ਼ਟਰਪਤੀ ਸੀਗੇ ਜਾਰਜ ਡਬਲਿਊ ਬੁਸ਼ ਜੂਨੀਅਰ, ਉਹਨਾਂ ਨੇ ਵੀ 2-3 ਦਿਨ ਪਹਿਲਾਂ ਬਿਆਨ ਦਿੱਤਾ ਕਿ ਜਿਹੜੀਆਂ ਚੋਣਾਂ ਹੋਈਆਂ ਬਿਲਕੁਲ ਪਾਰਦਰਸ਼ਤਾ ਨਾਲ ਹੋਈਆਂ, ਕਿਸੇ ਤਰ੍ਹਾਂ ਦਾ ਕੋਈ ਵੀ ਗੜਬੜੀ ਨਹੀਂ ਹੋਈ। ਉਹ ਇਸ ਕਰਕੇ ਡੋਨਲਡ ਟਰੰਪ ਨੂੰ ਹਾਰ ਜਿਹੜੀ ਆ ਆਪਣੀ ਅਜੇ ਤੱਕ ਸਵੀਕਾਰ ਨਹੀਂ ਹੋ ਰਹੀ। ਹਾਂ, ਇਹ ਜ਼ਰੂਰ ਆ ਕਿ ਅਜੇ ਕੁਝ ਇਲਾਕਿਆਂ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਆਉਣੇ ਸੀਗੇ ਉਹ ਆਉਣੇ ਸ਼ੁਰੂ ਹੋ ਗਏ ਆ। ਅਲਾਸਕਾ ਵਿੱਚ ਜਿਹੜੀ ਸੀਟ ਆ ਉਹ ਡੋਨਲਡ ਟਰੰਪ ਨੇ ਜਿੱਤ ਲਈ ਆ। ਜਾਰਜੀਆ ਸੂਬੇ ਵਿੱਚ ਜਿਹੜੀਆਂ ਪਾਈਆਂ ਵੋਟਾਂ ਸੀ ਉਹ ਉੱਥੇ ਵੀ ਇੱਕ ਹੋਰ ਨਵੀਂ ਕਹਾਣੀ ਸਾਹਮਣੇ ਆ ਰਹੀ ਆ। ਜਾਰਜੀਆ ਸੂਬੇ ਵਿੱਚ ਜਿਹੜੀਆਂ ਰਾਸ਼ਟਰਪਤੀ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਵੋਟਾਂ ਦੀ ਗਿਣਤੀ ਦੁਬਾਰਾ ਹੋਊਗੀ, ਕਿਉਂਕਿ ਰਾਸ਼ਟਰਪਤੀ ਅਹੁਦੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਆਪਣੀ ਰਿਪਬਲਿਕਨ ਵਿਰੋਧੀ ਪਾਰਟੀ ਅਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ 14,000 ਵੋਟਾਂ ਨਾਲ ਉੱਥੇ ਅੱਗੇ ਚੱਲ ਰਹੇ ਨੇ। ਹੁਣ ਇਹ ਕਹਾਣੀ ਕਿੱਧਰ ਨੂੰ ਜਾਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। पर एक शेर आ कि बेहतर से बेहतर की तलाश करो, मिल जाए नदी तो समंदर की तलाश करो, टूट जाता है शीशा पत्थर की चोट से, टूट जाए पत्थर ऐसा शीशा तलाश करो। हुण दोहें जने पत्थर लभण लगे आ, दोहें जने शीशा लभण लगे आ। ये हुण की बनदा देखण वाली गल ही होगी। बिल्कुल, ये तो आने वाला समा ही दसेगा। और विजय जी एक गल होर सुनना चाहिए, कह रहे हैं कि एक डॉक्टर नूं 465 साल की सजा हो गई। ਉਹ ਕਹਾਣੀ ਕੀ ਆ ਉਹਦੇ ਬਾਰੇ ਵੀ ਸੁਣਨਾ ਚਾਹ ਰਿਹਾ, ਉਹ ਤੁਸੀਂ ਦਰਸ਼ਕਾਂ ਨੂੰ ਦੱਸੋ ਤਾਂ ਜ਼ਿਆਦਾ ਬਿਹਤਰ ਲੱਗੇਗਾ। ਜੀ ਬਰਮੋਤਾ ਜੀ, ਇਹ ਅਮਰੀਕਾ ਦੀ ਖਬਰ ਆ, ਬੜੀ ਹੈਰਾਨ ਕਰਨ ਵਾਲੀ ਖਬਰ ਆ। ਵਰਜੀਨੀਆ ਵਿੱਚ ਇੱਕ ਡਾਕਟਰ ਸੀ, ਮਰੀਜ਼ਾਂ ਦਾ ਆਪਰੇਸ਼ਨ ਕਰਦੇ ਸੀ। ਹੁਣ ਆਪਰੇਸ਼ਨ ਤਾਂ ਕਈ ਡਾਕਟਰ ਕਰਦੇ ਆ, ਪਰ ਇਹ ਡਾਕਟਰ ਗੈਰ ਜ਼ਰੂਰੀ ਆਪਰੇਸ਼ਨ ਕਰਦੇ ਸੀ। ਗਾਇਨੋਲੋਜਿਸਟ ਸੀ, मतलब कि इस्त्री रोगां दे माहर सीगे। हुण जदों गल्लां निकल के सामने आईयां उन्हां च ये निकल रहा कि कई अजिहे मरीजां दा अपरेशन इन्हां ने कर दिता जिहदी लोड़ ही नहीं सी। अमरीका दे न्याय विभाग ने जदों जांच कीती ਤੇ ਉੱਥੇ ਪਾਇਆ ਕਿ ਕਈ ਮਰੀਜ਼ ਸਰਜਰੀ ਕਰਾਉਣ ਲਈ ਆਉਂਦੇ ਸੀ, ਉਹਨਾਂ ਤੇ ਦਬਾਅ ਬਣਾਇਆ ਜਾਂਦਾ ਸੀ ਇੱਕ ਡਾਕਟਰ ਵੱਲੋਂ ਤੇ ਉਹਨਾਂ ਦਾ ਜਬਰੀ ਆਪਰੇਸ਼ਨ ਕਰ ਦਿੱਤਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਡਾਕਟਰ ਦਾ ਨਾਮ ਜਾਵੇਦ ਪਰਵੇਜ਼ ਹੈ ਤੇ ਅਦਾਲਤ ਨੇ ਉਹਨੂੰ ਦੋਸ਼ੀ ਵੀ ਠਹਿਰਾ ਦਿੱਤਾ। ਲੱਖਾਂ ਡਾਲਰ ਕਮਾਉਣ ਦੇ ਲਈ ਇਹ ਸਾਰਾ ਕੁਝ ਕੀਤਾ। ਹੁਣ ਦੇਖੋ ਮਰੀਜ਼ਾਂ ਦੀ ਜ਼ਿੰਦਗੀ ਨਾਲ ਕਿੱਡਾ ਖਿਲਵਾੜ ਕੀਤਾ ਇਸ ਡਾਕਟਰ ਨੇ। ਬਹੁਤ ਵੱਡਾ ਖਿਲਵਾੜ ਹੈ ਜੀ। ਸਰਕਾਰੀ ਬੀਮਾ ਕੰਪਨੀਆਂ ਨੂੰ ਲੱਖਾਂ ਡਾਲਰਾਂ ਦਾ ਫਾਇਦਾ ਕਰਾਉਣ ਦੇ ਲਈ ਇਸ ਡਾਕਟਰ ਨੇ ਬਿਨਾਂ ਵਜ੍ਹਾ ਹੀ ਆਪਰੇਸ਼ਨ ਕਰ ਦਿੱਤੇ ਉਹਨਾਂ ਦੇ। ਉਹ ਦੂਜੀ ਗੱਲ ਦੇਖੋ, ਆਪਣੀ ਨਿੱਜੀ ਪੈਸਾ ਕਮਾਉਣ ਦੇ ਲਈ ਬਿਨਾਂ ਮਤਲਬ ਤੋਂ ਆਪਰੇਸ਼ਨ ਕਰ ਦਿੱਤੇ। ਘੱਟੋ ਘੱਟ 2010 ਤੋਂ ਬਾਅਦ ਇਸ ਕੰਮ ਵਿੱਚ ਕਾਫੀ ਤੇਜ਼ੀ ਆਈ। ਜਦੋਂ ਹੁਣ ਗੱਲਾਂ ਨਿਕਲਦੀਆਂ ਤਾਂ ਉਹਨੇ ਦੇਖਿਆ ਕਿ 2010 ਤੋਂ ਬਾਅਦ ਅਚਾਨਕ ਇਸ ਬੰਦੇ ਦਾ ਗ੍ਰਾਫ ਕਿੱਦਾਂ ਵੱਧ ਗਿਆ, ਇਨਕਮ ਦਾ ਗ੍ਰਾਫ ਵੀ ਵੱਧ ਗਿਆ। ਤੇ ਫਿਰ ਜਦੋਂ ਜਾਂਚ ਹੋਈ ਤੇ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਕੁਝ ਬੀਮਾ ਕੰਪਨੀਆਂ ਨੂੰ ਪੈਸੇ ਦਿਵਾਉਣ ਦੇ ਲਈ, ਉਹਨਾਂ ਨੂੰ ਫਾਇਦਾ ਦਿਵਾਉਣ ਦੇ ਲਈ ਇਸ ਡਾਕਟਰ ਨੇ ਗੈਰ ਜ਼ਰੂਰੀ ਆਪਰੇਸ਼ਨ ਕਰ ਦਿੱਤੇ, ਜਿਸ ਕਰਕੇ ਇਸ ਨੂੰ ਹੁਣ 465 ਸਾਲ ਦੀ ਸਜ਼ਾ ਹੋਈ ਆ। ਬੜੀ ਵੱਡੀ ਗੱਲ ਆ, 465 ਸਾਲ ਬਹੁਤ ਹੁੰਦੇ ਆ। ਹੁਣ ਨਿਆਂ ਵਿਭਾਗ ਜਿਹੜਾ ਉੱਥੇ ਦਾ, ਉਹਨੇ ਕਿਹਾ ਕਿ ਡਾਕਟਰ ਦਾ ਕੰਮ ਤਾਂ ਹੁੰਦਾ ਲੋਕਾਂ ਨੂੰ ਜ਼ਿੰਦਗੀ ਦੇਣਾ, ਪਰ ਇਹ ਡਾਕਟਰ ਜ਼ਿੰਦਗੀ ਲੈ ਰਿਹਾ, ਇਸ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਜੋ ਇਹਨੇ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਇਸ ਕਰਕੇ ਇਸ ਨੂੰ 465 ਸਾਲ ਦੀ ਸਜ਼ਾ ਸੁਣਾਈ ਗਈ। ਬਿਲਕੁਲ, ਇਹਨੂੰ ਕਿਹਾ ਜਾਂਦਾ ਹੈ ਜੀਵਨ ਕਾਰਾਵਾਸ। ਜੀ ਬਿਲਕੁਲ ਬਿਲਕੁਲ। ਨਵਜੀਤ ਜੀ, ਤੁਸੀਂ ਸਾਡੇ ਪ੍ਰੋਗਰਾਮ ਸਾਂਝ ਵਿਚਾਰ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਪ੍ਰਮੋਤਾ ਜੀ।